अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਕਿਸਾਨ ਵੀਰ ਭਰਾਓ, ਆਪਾਂ ਜਨਾਬ ਆਲੂ ਦੀ ਫਸਲ ਵਾਸਤੇ ਜ਼ਮੀਨ ਤਿਆਰ ਕਰਦੇ ਪਏ ਹਾਂ ਤੇ ਮੈਂ ਆਪਣੇ ਵੀਰ ਭਰਾਵਾਂ ਨੂੰ ਦੱਸਦਾ ਚੱਲਾਂ ਇਹ ਸਾਲ ਕਣਕ ਆਪਾਂ ਘੱਟ ਲਾਵਾਂਗੇ ਤੇ ਕਿਉਂ ਘੱਟ ਲਾਵਣੀ ਹੈ ਇਹਦੇ ਬਾਰੇ ਮੈਂ ਆਪਣੇ ਵੀਰ ਭਰਾਵਾਂ ਨਾਲ ਗੱਲਬਾਤ ਕਰਨਾ ਤਫਸੀਲ ਨਾਲ। ਤੇ ਤੁਸੀਂ ਜਿੰਨੇ ਵੀ ਵੇਖਣ ਵਾਲੇ ਵੀਰ ਭਰਾ ਹੈਗੇ ਨੇ ਲਾਜ਼ਮੀ ਕਮੈਂਟ ਕਰਕੇ ਆਪਣੀ ਰਾਏ ਦੇਵਿਆ ਜੇ। ਆਓ ਚਲੀਏ ਗੱਲਬਾਤ ਕਰੀਏ ਕਣਕ ਦੇ ਬਾਰੇ। ਤੇ ਸਭ ਤੋਂ ਪਹਿਲੇ ਮੈਂ ਆਪਣੇ ਵੀਰ ਭਰਾਵਾਂ ਨਾਲ ਗੱਲ ਕਰਦਾ ਚੱਲਾਂ ਵੀ ਆਲੂ ਦੀ ਫਸਲ ਜਿਹੜੀ ਆਪਾਂ ਲਾਉਣੀ ਹੈ ਇਹ ਜ਼ਮੀਨ ਆਪਾਂ ਕਿਸ ਤਰੀਕੇ ਤਿਆਰ ਕਰਦੇ ਪਏ ਹਾਂ। ਤੇ ਮੈਂ ਆਪਣੇ ਵੀਰ ਭਰਾਵਾਂ ਨੂੰ ਦੱਸਦਾ ਚੱਲਾਂ ਵੀ ਪਹਿਲੇ ਆਪਾਂ ਜਨਾਬ ਇਹਨੂੰ ਵਾਹਿਆ, ਜਨਾਬ 2 ਲਾਈਆਂ ਨੇ ਡਿਸਕਾਂ ਦੀਆਂ ਸੀਆਂ ਤੇ ਫਿਰ ਜਨਾਬ ਇਹਨੂੰ ਕਰ ਦਿੱਤੀ ਰੌਣੀ ਇੱਕ ਵਾਰੀ ਕੀਤੀ ਹੈ, ਫਿਰ ਜਨਾਬ ਹਫ਼ਤੇ ਬਾਅਦ ਦੁਬਾਰਾ ਕੀਤੀ ਹੈ, 2 ਰੌਣੀਆਂ ਕੀਤੀਆਂ ਨੇ। ਤੇ ਹੁਣ ਜਨਾਬ ਇਹ ਬੱਗਾ ਮੂੰਹ ਤੋਂ ਕਰ ਗਈ ਜ਼ਮੀਨ, ਇਹ ਤੁਸੀਂ ਵੇਖਦੇ ਪਏ ਹੋ, ਬਿੱਲ ਨਜ਼ਰ ਆਉਂਦੇ ਪਏ ਹੋਣਗੇ। ਤੇ ਹੁਣ ਅੱਜ ਆਪਾਂ ਇਹਨੂੰ ਰੰਬੜ ਮਾਰਦੇ ਪਏ ਹਾਂ ਤੇ ਉੱਤੋਂ ਮੈਂ ਆਪਣੇ ਵੀਰ ਭਰਾਵਾਂ ਨੂੰ ਦੱਸਦਾ ਚੱਲਾਂ ਆਪਾਂ ਡਿਸਕਾਂ ਫੇਰਾਂਗੇ ਤੇ ਫਿਰ ਇਹਨੂੰ ਆਪਾਂ ਕਰਾਂਗੇ ਕੰਪਿਊਟਰ ਕਰਨ ਤੋਂ ਬਾਅਦ ਜਨਾਬ ਫਿਰ ਹਲ ਸੁਆਗਾ ਰੂਟਰ ਚੀਜ਼ਰ ਇਹ ਸਾਰਾ ਕੁਝ ਵੱਜੇਗਾ ਤੇ ਜ਼ਮੀਨ ਨੂੰ ਕਰਾਂਗੇ ਆਟੇ ਵਰਗੀ ਤੇ ਫਿਰ ਆਪਾਂ ਜਨਾਬ ਇਨਸ਼ਾਅੱਲਾ ਤਾਲਾ ਆਲੂ ਕਰਾਂਗੇ। ਤੇ ਮੈਂ ਆਪਣੇ ਵੀਰ ਭਰਾਵਾਂ ਨੂੰ ਦੱਸਦਾ ਚੱਲਾਂ ਕਣਕ ਜਿਹੜੀ ਹੈ ਆਪਾਂ ਕਿਉਂ ਘੱਟ ਕੀਤੀ ਹੈ, ਕਿਉਂ ਥੋੜੀ ਲਾਉਣੀ ਹੈ। ਉਹ ਇਸ ਵਾਸਤੇ ਦੋਸਤੋ ਵੀ ਜਿਹੜੀ ਕਣਕ ਹੈ ਉਹ ਨਾ ਖਰਚਾ ਪੂਰਾ ਕਰਦੀ ਹੈ, ਨਾ ਜ਼ਮੀਨ ਦਾ ਠੇਕਾ ਪੂਰਾ ਕਰਦੀ ਹੈ ਤੇ ਨਾ ਹੀ ਸਮਝ ਲਓ ਜਿਹੜੀ ਆਪਾਂ ਮਿਹਨਤ ਕਰਦੇ ਫਿਰਨੇ ਹੈ ਉਹਦਾ ਕੋਈ ਮੁਆਵਜ਼ਾ ਮਿਲਦਾ ਹੈ। ਤੇ ਜਿੰਨੇ ਵੀ ਮੇਰੇ ਕਿਸਾਨ ਵੀਰ ਭਰਾ ਹੈਗੇ ਨੇ ਜਿਹਦੇ ਨਾਲ ਮੈਂ ਗੱਲ ਕਰਨਾ, ਜਿਹਦਾ ਵੀ ਇੰਟਰਵਿਊ ਲੈਣਾ, ਉਹ ਕਹਿੰਦੇ ਨੇ ਬਾਈ ਕਣਕ ਜਿਹੜੀ ਹੈ ਨਹੀਂ ਲੱਗਦੀ, ਉਨੀ ਹੀ ਲਗਾਵਾਂਗੇ ਜਿੰਨੀ ਸਾਨੂੰ ਜ਼ਰੂਰਤ ਹੈ, ਬਾਕੀ ਕਣਕ ਨਹੀਂ ਲਾਉਣੀ। ਵਜ੍ਹਾ ਕੀ ਹੈ ਉਹ ਮੈਂ ਆਪਣੇ ਵੀਰਾਂ ਨੂੰ ਦੱਸਦਾ ਚੱਲਾਂ। ਪਿਛਲੇ ਸਾਲ ਜਨਾਬ ਹਕੂਮਤ ਨੇ 3900 ਦੇ ਮੁਤਾਬਕ ਮਣ ਦਾ ਐਲਾਨ ਕੀਤਾ ਵੀ ਅਸੀਂ ਜਨਾਬ ਕਣਕ ਖਰੀਦਾਂਗੇ ਤੇ ਕਿਸਾਨ ਭਰਾ ਜਿਹੜੇ ਨੇ ਤਕੜੇ ਹੋਣ, ਅਸੀਂ ਹਕੂਮਤ ਜਿਹੜੀ ਹੈ ਉਹਨਾਂ ਦੇ ਨਾਲ ਹੈ। ਲੇਕਿਨ ਜਦੋਂ ਕਣਕ ਪੱਕ ਗਈ, ਤਿਆਰ ਹੋ ਗਈ, ਕਟਾਈਆਂ ਹੋ ਗਈਆਂ, ਪਿੜ ਲੱਗ ਗਏ ਤੇ ਬਸ ਜੀ ਅੱਜ ਖੁੱਲਦਾ ਪਿਆ ਬਾਰਦਾਨਾ, ਅੱਜ ਖੁੱਲਦਾ ਪਿਆ ਹੈ। ਵੈਰੀਫਿਕੇਸ਼ਨ ਕਰਨ ਲੱਗ ਪਿਆ ਜਨਾਬ ਔਨਲਾਈਨ ਅਪਲਾਈ ਕਰੋ, ਉਹ ਸਾਰਿਆਂ ਜਨਾਬ ਔਨਲਾਈਨ ਅਪਲਾਈ ਕੀਤਾ, ਆਪਾਂ ਵੀ ਔਨਲਾਈਨ ਅਪਲਾਈ ਕੀਤਾ। ਤੇ ਜਦੋਂ ਪਤਾ ਲੱਗਿਆ ਵੀ ਸੈਂਟਰ ਤਾਂ ਨਹੀਂ ਖੁੱਲ੍ਹਦੇ ਪਏ ਕਣਕ ਦੀ ਖਰੀਦਦਾਰੀ ਦੇ, ਫਿਰ ਜਨਾਬ ਯਕਦਮ ਜਿਹੜੇ ਹੈਗੇ ਨੇ ਆੜਤੀ ਹਜ਼ਰਾਤ ਜਾਂ ਸਟਾਕ ਮਾਫੀਆ ਉਹ ਵੀ ਐਕਟਿਵ ਹੋ ਗਿਆ, ਉਹਨਾਂ ਵੀ ਜਨਾਬ ਰੇਟ ਥੱਲੇ ਸੁੱਟ ਦਿੱਤਾ। ਪਹਿਲਾਂ ਜਨਾਬ ਰੇਟ ਸ਼ੁਰੂ 'ਚ ਜਦੋਂ ਹਕੂਮਤ ਲਾਰਾ ਲਾਈ ਰੱਖਾ ਵੀ ਅਸੀਂ ਸੈਂਟਰ ਖੋਲਾਂਗੇ ਤੇ ਰੇਟ ਹੈਗਾ ਸੀ 3500 3600। ਫਿਰ ਜਨਾਬ ਜਦੋਂ ਆੜਤੀਆਂ 3500 ਨੂੰ ਲੈ ਲਈ, ਉਹ ਵੀ ਵਿਚਾਰੇ ਫਸ ਗਏ। ਫਿਰ ਜਨਾਬ ਪਤਾ ਚੱਲਿਆ ਵੀ ਹਕੂਮਤ ਇਨਕਾਰੀ ਹੋ ਗਈ, ਉਹਨਾਂ ਕਣਕ ਬਿਲਕੁਲ ਨਹੀਂ ਲੈਣੀ, ਜਿੱਥੇ ਕਿਸੇ ਦੀ ਬਿੱਲੇ ਲੱਗਦੀ ਹੈ ਲਾ ਲਓ। ਉਹ ਫਿਰ ਜਨਾਬ ਰੇਟ ਹੋ ਗਿਆ ਜੀ 2700 2800 ਤੇ ਬਾਅਦ ਤੇ ਹੁਣ ਤੱਕ ਰੇਟ 2500 2600 ਚੱਲਦਾ ਪਿਆ ਹੈ। ਤੇ ਕਿਸਾਨ ਵੀਰ ਭਰਾਓ 2500 ਰੇਟ ਹੋਵੇ, 40 ਮਣ ਜਿਹੜਾ ਹੈ ਝਾੜ ਹੋਵੇ ਕਿੱਲੇ ਵਿੱਚੋਂ ਤੇ ਉਹ ਤੁਹਾਡਾ ਹੋਵੇਗਾ ਜਨਾਬ 2500 ਦੇ ਹਿਸਾਬ ਨਾਲ 40 ਮਣ 1 ਲੱਖ ਰੁਪਈਏ ਦਾ। ਅਗਰ ਜ਼ਮੀਨ ਹੈ ਤੁਹਾਡੀ ਠੇਕੇ ਵਾਲੀ ਤਾਂ ਹੁਣ ਜਿਹੜਾ ਮੌਜੂਦਾ ਸੀਜ਼ਨ ਚੱਲਦਾ ਪਿਆ ਨਾ, ਇਹਦੇ ਜਿਹੜੇ ਠੇਕੇ ਸਨ ਨਾ, ਪਿਛਲੇ ਸਾਲ ਮੁੰਜੀ ਦਾ ਰੇਟ 5000 ਤੱਕ ਗਿਆ ਸੀ, 5.5 ਤੱਕ। ਤੇ ਕਣਕ ਜਿਹੜੀ ਹੈ 3900 ਨੂੰ ਵਿਕੀ ਸੀ ਟਿਕਟਾਂ ਨਾਲ, ਤੇ ਠੇਕੇ ਵੀ ਉਹਦੀ ਵਜ੍ਹਾ ਨਾਲ ਵੱਧ ਗਏ। ਲੋਕਾਂ ਨੇ ਆਖਿਆ ਵੀ ਚਲੋ ਮਿਹਨਤ ਕਰਾਂਗੇ, ਅੱਲਾਹ ਤਾਲਾ ਰੋਜ਼ੀ ਦੇਵੇਗਾ। ਉਹ 2 ਲੱਖ ਤੋਂ ਠੇਕਾ ਜਨਾਬ 3.5 ਲੱਖ ਤੱਕ ਕ੍ਰਾਸ ਕਰ ਗਿਆ। ਤੇ ਇਸ ਵਾਰੀ ਜਨਾਬ ਠੇਕਾ ਜਦੋਂ 3 ਲੱਖ ਤੋਂ 3.5 ਲੱਖ ਹੋਇਆ ਤੇ ਜਦੋਂ ਜਨਾਬ ਸਾਲ ਆ ਗਿਆ ਜਨਾਬ ਮੁੰਜੀ ਦਾ 20 ਲੱਭੇ ਲੋਕਾਂ ਨੂੰ 2 ਨੰਬਰ ਹੈ, ਖਾਸ ਕਰਕੇ ਹਾਈਬ੍ਰਿਡ। ਤੇ ਕੁਛ ਜਨਾਬ ਮੌਸਮ ਨੇ ਜਿਹੜਾ ਹੈ ਉਹ ਸਾਥ ਨਾ ਦਿੱਤਾ ਕਿਸਾਨਾਂ ਦਾ। ਮੌਸਮ ਹੋ ਗਿਆ ਹੀਟ ਤੇ ਗਰਮੀ ਆ ਗਈ। ਬਾਸਮਤੀ ਜਿਹੜੀ ਹੈ
ਉਹ ਜੀ ਅੱਲਾ ਨੂੰ ਪਿਆਰੀ ਹੋ ਗਈ। ਬਾਸਪਤੀ ਦਾ ਝਾੜ 5 ਮਣ 7 ਮਣ ਕਿਸੇ ਜਗ੍ਹਾ ਤੇ ਲੋਕਾਂ ਹੱਥ ਲਵਾ ਲਿਆ। ਹਾਈਬ੍ਰਿਡ ਦਾ ਵੀ ਹੋਇਆ, ਜਿੱਥੇ ਬੀ ਵੱਲ ਸੀ ਤੇ ਅਗੇਤਾ ਲੱਗ ਗਿਆ ਸੀ, ਉਹਨਾਂ ਦਾ ਝਾੜ ਵੱਲ ਨਿਕਲ ਗਿਆ। ਤੇ ਕਿਸੇ ਜਗ੍ਹਾ ਤੇ ਜਨਾਬ ਉਹਨਾਂ ਵੀ ਹੱਥ ਲਾ ਲਿਆ, ਤੇ ਕਿਸੇ ਜਗ੍ਹਾ ਤੇ 40 ਮਣ 30 ਮਣ 20 ਮਣ ਨਿਕਲੇ ਪਏ ਨੇ। ਮਤਲਬ ਕਿਸਾਨ ਜਿਹੜਾ ਹੈ ਨਾ, ਉਹ ਜਿਹੜਾ ਖਰਚਾ ਉਹਨੇ ਮੁੰਜੀ ਤੇ ਕੀਤਾ ਸੀ ਨਾ, ਲੱਖ ਰੁਪਈਆ ਜਾਂ 1,20,000, ਉਹ ਵੀ ਕਿਸਾਨ ਨੂੰ ਨਾ ਲੱਭਿਆ। ਉੱਤੋਂ ਜਨਾਬ ਜਿਹੜੀ ਠੇਕੇ ਦੀ ਕਿਸ਼ਤ ਹੈਗੀ ਹੈ, ਜਿਹੜੀ ਉਧਾਰੀ ਜ਼ਮੀਨ ਹੁੰਦੀ ਹੈ ਨਾ, ਸਾਡੇ ਪਾਸੇ ਤਾਂ 3 ਲੱਖ ਫਰਜ਼ ਦਾ ਠੇਕਾ ਹੈ, ਤਾਂ ਲੱਖ ਦੇ ਨਾ 3 ਕਿਸ਼ਤਾਂ ਕਰਦੇ ਹੈਗੇ ਨੇ। ਤੇ ਵੀ ਮੁੰਜੀ ਲਾਵਾਂਗੇ ਤੇ ਉੱਤੋਂ ਆਲੂ ਲਾਵਾਂਗੇ ਤੇ ਫਿਰ ਮਕਈ ਲਾਵਾਂਗੇ। ਤੇ ਜਿਨ੍ਹਾਂ ਦਾ ਠੇਕਾ ਐਡਵਾਂਸ ਦਿੱਤਾ ਹੋਇਆ ਸੀ 2 ਲੱਖ ਦੇ ਹਿਸਾਬ ਨਾਲ, 2.5 ਲੱਖ ਦੇ ਹਿਸਾਬ ਨਾਲ, ਉਹ ਮੇਰੇ ਵਰਗੇ ਉਹਨਾਂ ਦਾ ਜਨਾਬ ਨਾ ਕਣਕ ਹੀ ਲਾਉਣੀ ਹੈ ਤੇ ਮੁੰਜੀ ਲਗਾਉਣੀ ਸੀ। ਤੇ ਕਿਸਾਨ ਵੀਰ ਭਰਾਓ, ਹੁਣ ਤੁਸੀਂ ਅੰਦਾਜ਼ਾ ਲਾਓ, ਢਾਈਆਂ 'ਚ ਪਿਆ ਘਾਟਾ ਜ਼ਮੀਂਦਾਰਾਂ ਨੂੰ। ਲੱਖ ਰੁਪਈਆ ਅਗਰ ਕਿਸੇ ਨੇ 2 ਲੱਖ ਐਡਵਾਂਸ ਤੇ ਜ਼ਮੀਨ ਲਈ ਹੋਈ ਜਾਂ 2.5 ਲੱਖ ਤੇ, ਅਗਰ 2.5 ਲੱਖ ਵੀ ਹੈ ਤੇ ਉਹਦੇ ਵਿੱਚ ਅੱਧਾ ਜਿਹੜਾ ਠੇਕਾ ਹੈ ਉਹ ਆਪਾਂ ਕੱਟ ਲਈਏ, 1,25,000 ਬਚਦਾ ਹੈ। 1,25,000 ਦੇ ਵਿੱਚ ਮੇਰੇ ਭਰਾ ਜਿਹੜੇ ਨੇ ਕਣਕ ਦਾ ਕਿੱਲਾ ਲਾਉਂਦੇ ਨੇ ਤੇ ਉਹ 40 ਮਣ ਹੁੰਦਾ ਹੈ, ਤੇ ਉਹ ਜਾਂਦਾ ਜਨਾਬ ਲੱਖ ਰੁਪਈਏ ਦਾ। ਤੇ ਉਹਦੇ ਵਿੱਚ ਤੁਹਾਡਾ 10,000 ਮਸ਼ੀਨ ਦੀ ਕਟਾਈ ਤੇ 60,000 ਰੁਪਈਆ ਤੁਹਾਡੀ ਵਾਈ, ਖਾਦ, ਪਾਣੀ, ਤੁਹਾਨੂੰ ਪਤਾ ਬਿਜਲੀ ਕਿੰਨੀ ਮਹਿੰਗੀ ਹੈ। ਤੇ ਉਹ ਜਨਾਬ ਮੇਰੇ ਵੀਰ ਭਰਾਵਾਂ ਨੂੰ ਕਮ ਅਜ਼ ਕਮ ਜਿਹੜਾ ਹੈ ਨਾ 30,000 ਰੁਪਈਆ ਤਕਰੀਬਨ ਬਚੇਗਾ ਕਣਕ ਵੱਲੋਂ। ਤੇ ਕਣਕ ਦਾ 30,000 ਤੇ ਖਰਚਾ ਮਤਲਬ ਵਿੱਚੋਂ ਨਿਕਲ ਗਿਆ 30 ਬਚ ਗਿਆ, ਤੇ ਵਿੱਚ ਠੇਕਾ ਅਗਰ 1,25,000 ਕੱਢਾਂਗੇ, 95,000 ਰੁਪਈਆ ਜ਼ਮੀਂਦਾਰਾਂ ਨੂੰ ਠੁੱਕੇਗਾ ਅਗਰ ਕਣਕ ਲਾਉਂਦੇ ਨੇ ਤਾਂ। ਤੇ ਜੇ ਅਗਰ ਤੁਹਾਡੀ ਜ਼ਾਤੀ ਜ਼ਮੀਨ ਹੈ ਤੇ ਫਿਰ ਤੁਹਾਨੂੰ 25-30,000 ਹੀ ਬਚੇਗਾ। ਉਹ ਭਾਵੇਂ ਤੁਸੀਂ ਆਪਣੀ ਨੌਕਰੀ ਕੱਢ ਲਓ ਤੇ ਭਾਵੇਂ ਆਪਣੀ ਮਿਹਨਤ ਕੱਢ ਲਓ, ਤੇ ਅਗਲੇ ਸਾਲ ਵਾਸਤੇ ਤੁਹਾਨੂੰ ਕੱਖ ਨਹੀਂ ਬਚਣਾ ਵੀ ਤੁਸੀਂ ਅਗਲੀ ਫਸਲ ਲਾ ਲੈ ਸੋਦੇ। ਤੇ ਇਸ ਵਾਰੀ ਜਿੰਨੇ ਵੀ ਕਿਸਾਨ ਭਾਈਆਂ ਨਾਲ ਗੱਲਬਾਤ ਹੁੰਦੀ ਪਈ ਹੈ ਰੋਜ਼ਾਨਾ ਦੀ ਬੁਨਿਆਦ ਤੇ, ਕੋਈ ਤਾਂ ਲਾਉਂਦਾ ਪਿਆ ਕਨੋਲਾ ਸ਼ੁਰੂ ਹੋਇਆ ਹੋਇਆ ਹੈ, ਕੋਈ ਵੇਦਰੀ ਮਟਰੀ ਲਾਈ ਆਉਂਦਾ ਹੈ। ਤੇ ਬਾਸ ਦੋਸਤ ਜਿਹੜੇ ਨੇ ਜ਼ਿਆਦਾਤਰ ਉਹ ਆਲੂ ਦੀ ਫਸਲ ਤਿਆਰ ਕਰਦੇ ਪਏ ਨੇ, ਬਈ ਆਲੂ ਲਾਵਾਂਗੇ। ਤੇ ਹੁਣ ਤੁਸੀਂ ਆਪੇ ਹੀ ਹਿਸਾਬ ਕਿਤਾਬ ਜਿਹੜਾ ਲਾ ਲਓ। ਜਿਹੜਾ ਠੇਕੇਦਾਰ ਹੈ ਉਹਦਾ ਤਾਂ ਇੰਨੇ ਜਵਾਬ, ਉਹ ਤਾਂ ਕਣਕ ਲਾਉਂਦਾ ਨਹੀਂ ਪਿਆ। ਹੁਣ ਤੁਸੀਂ ਆਪੇ ਅੰਦਾਜ਼ਾ ਲਾ ਲਓ ਵੀ ਪਾਕਿਸਤਾਨ ਦੇ ਵਿੱਚ 40% ਤਾਂ ਲਾਜ਼ਮੀ ਠੇਕੇਦਾਰ ਹੋਵੇਗਾ, ਤੇ 60% ਜਿਹੜੇ ਨੇ ਨਾ ਉਹ ਮਾਲਕ ਹੋਣਗੇ। ਤੇ ਅਗਰ 40% ਹੀ ਠੇਕੇਦਾਰ ਕਣਕ ਨਹੀਂ ਲਾਉਂਦੇ ਤੇ ਫਿਰ ਕੁਝ ਜਿਹੜੇ ਮਾਲਕ ਹੈਗੇ ਨੇ ਉਹ ਵੀ ਥੋੜ੍ਹੀ ਜਿਹੀ ਆਪਣੀ ਸੋਚ ਤਬਦੀਲ ਕਰਕੇ ਉਹ ਵੀ ਸਬਜ਼ੀਆਂ ਵਾਲੀ ਸਾਈਡ 'ਤੇ ਆ ਜਾਂਦੇ ਨੇ। ਤੇ ਫਿਰ ਜਨਾਬ ਕਣਕ ਜਿਹੜੀ ਬਾਹਰੋਂ ਲੈਣੀ ਪਵੇਗੀ। ਤੇ ਪਿਛਲੀ ਵਾਰੀ ਤਾਂ ਹਕੂਮਤ ਦਾ ਲੱਗ ਗਿਆ ਸੀ ਦਾ, ਇਹਨਾਂ ਕਿਸੇ ਹਿਸਾਬ ਕਿਤਾਬ ਨਾਲ ਲੱਲੀ ਬਾਹਰੋਂ। ਤੇ ਹੁਣ ਤਾਂ ਮੇਰਾ ਖਿਆਲ ਹੈ ਜੋ ਖਬਰਾਂ 'ਚ ਸਾਨੂੰ ਦੱਸਿਆ ਜਾ ਰਿਹਾ ਵੀ ਸਾਡੇ ਖਜ਼ਾਨੇ ਵਿਹਲੇ ਹੋਏ ਪਏ ਨੇ। ਅਗਰ ਸਾਡੇ ਖਜ਼ਾਨੇ ਵਿਹਲੇ ਨੇ ਤੇ ਭਰਾਓ ਕਣਕ ਕਿੱਥੋਂ ਇਹ ਖਰੀਦਣਗੇ ਬਾਹਰੋਂ। ਤੇ ਕਣਕ ਹੋ ਜਾਸੀ ਨਾਯਾਬ ਤੇ ਆਵਾਮ ਜਨਾਬ ਆਟੇ ਦੀ ਲੈਣਾ 'ਚ ਲੱਗੇਗੀ। ਤੇ ਕਿਸਾਨ ਦੋਸਤੋ, ਜਿੰਨੀ ਦੇਰ ਹਕੂਮਤ ਇਹ ਐਲਾਨ ਨਾ ਕਰੇ ਬਈ ਅਸੀਂ 5,000 ਘੱਟ ਤੋਂ ਘੱਟ ਕਣਕ ਦਾ ਰੇਟ ਹੋਵੇ ਤੇ ਫਿਰ ਕਿਸਾਨ ਕਣਕ ਲਾਵਣਗੇ। ਜੇ ਅਗਰ ਹਕੂਮਤ ਨਿਰਾ ਦੇਵੇ ਨਾ ਲਾਰਾ ਵੀ ਕਣਕ ਲਾਓ ਤੇ ਅਸਾਂ ਖਰੀਦਾਂਗੇ, ਮੇਰਾ ਖਿਆਲ ਹੈ ਵੀ ਇਹਨਾਂ ਕੋਈ ਨਾ ਖਰੀਦਣੀ ਤੇ ਇਹ ਕਣਕ ਆਪਣੇ ਪੈ ਜਾਏ ਸੀ ਗਾਲ। ਤੇ ਮੇਰਾ ਖਿਆਲ ਹੈ ਵੀ ਹੁਣ ਜਿਹੜੇ ਜ਼ਮੀਂਦਾਰ ਜੱਟ ਭਰਾ ਹੈਗੇ ਨੇ ਉਹ ਇੰਨੇ ਹੁਣ ਸਿੱਧੇ ਵੀ ਨਹੀਂ ਹੈਗੇ। ਹੁਣ ਉਹਨਾਂ ਨੂੰ ਪਤਾ ਹੈ, ਉਹਨਾਂ ਦਾ ਆਦੀ ਨਿਭਾ ਲਈ ਹੈ, ਬਰਦਾਸ਼ਤ ਕਰ ਲਿਆ ਹੈ। ਤੇ ਮੇਰਾ ਖਿਆਲ ਹੈ ਜਿਸ ਆਟੇ ਦੀ ਕਮੀ ਪੈਸੀ ਦੀ ਆਵਾਮ ਤੋਂ ਨਹੀਂ ਬਰਦਾਸ਼ਤ ਹੋਣਾ, ਤੇ ਆਵਾਮ ਜਿਹੜੀ ਹੈ ਉਹ ਫਿਰ ਇਹਨਾਂ ਦੇ ਆਪੇ ਹੀ ਲੇਖੇ ਲਾਵੇਗੀ। ਤੇ ਕਿਸਾਨ ਵੀਰ ਭਰਾਓ, ਆਪਣੀ ਆਪਣੀ ਰਾਏ ਦੇਣੀ ਜੇ ਵੀ ਤੁਸੀਂ ਪਿਛਲੇ ਸਾਲ ਕਿੰਨੇ ਕਿੱਲੇ ਕਣਕ ਲਾਈ ਸੀ ਤੇ ਇਹ ਸਾਲ ਕਿੰਨੇ ਕਿੱਲੇ ਕਣਕ ਲਾਉਂਦੇ ਪਏ ਹੋ, ਤਾਂ ਕਿ ਪਤਾ ਲੱਗੇ ਵੀ ਕਿੰਨੇ ਕਿੱਲੇ ਕਣਕ ਘੱਟ ਹੋ ਗਈ ਹੈ ਪਿਛਲੇ ਸਾਲ ਦੀ ਨਿਸਬਤ। ਨਾ ਬੀਜ ਸਸਤੇ ਹੋਏ ਨੇ, ਨਾ ਖਾਦਾਂ ਸਸਤੀਆਂ ਹੋਈਆਂ ਨੇ, ਨਾ ਜਨਾਬ ਸਪਰੇ ਸਸਤੇ ਹੋਏ ਨੇ, ਕੋਈ ਸ਼ੈ ਸਸਤੀ ਕੋਈ ਨਹੀਂ ਹੋਈ। ਸਿਰਫ ਅਗਰ ਸਸਤੀ ਹੋਈ ਹੈ ਤੇ ਜ਼ਮੀਂਦਾਰ ਕਿਸਾਨ ਭਾਈਆਂ ਦੀ ਫਸਲ ਹੋਈ ਹੈ। ਤੇ ਕਿਸਾਨ ਭਰਾ ਜਿੰਨੀ ਦੇਰ ਇਤਫਾਕ ਨਹੀਂ ਕਰਦੇ ਉਨੀ ਦੇਰ ਭਾਈ ਇਹ
ਕੰਮ ਇਸੇ ਤਰੀਕੇ ਹੀ ਰਹੇਗਾ। ਤੇ ਜਿਸ ਤਰੀਕੇ ਆਖਦੇ ਨੇ ਜਾਂ ਕਿਤਾਬਾਂ 'ਚ ਪੜ੍ਹਿਆ ਹੈ, ਜ਼ਰਾਤ ਮੁਆਸ਼ੇ ਦੀ ਰੀੜ੍ਹ ਦੀ ਹੱਡੀ ਹੈ। ਇਹ ਤਾਂ ਬਈ ਜਿਹੜੀ ਰੀੜ੍ਹ ਦੀ ਹੱਡੀ ਹੈ ਨਾ, ਇਹ ਟੁੱਟੀ ਪਈ ਹੈਗੀ ਜੀ। ਇਹ ਬਸ ਗੱਲਾਂ ਵਿੱਚ ਹੀ ਹੈ ਰੀੜ੍ਹ ਦੀ ਹੱਡੀ। ਇਹ ਹਕੂਮਤ ਨੇ ਤੋੜ ਦਿੱਤੀ ਹੈ। ਤੇ ਮੇਰਾ ਖਿਆਲ ਹੈ ਵੀ ਕਿਸਾਨ ਦੁਸ਼ਮਣ ਪਾਲਿਸੀਆਂ ਹੈਗੀਆਂ ਨੇ, ਤੇ ਹਕੂਮਤ ਨੂੰ ਚਾਹੀਦਾ ਹੈ, ਹਾਲੀ ਵੀ ਉਹਨਾਂ ਕੋਲ ਵਕਤ ਹੈ ਵੀ ਟਾਈਮ ਨਾਲ ਕਿਸਾਨ ਭਾਈਆਂ ਨੂੰ ਐਲਾਨ ਕਰਨ ਬਈ ਅੱਲਾ ਦੇ ਬੰਦੇ ਅਸੀਂ ਕਣਕ ਖਰੀਦਾਂਗੇ, ਆਹ ਰੇਟ ਹੋਵੇਗਾ ਤਾਂ ਕਣਕ ਲਾਓ। ਇਹ ਨਾ ਹੋਵੇ ਵੀ ਕਣਕ ਨਾ ਲੱਗੇ ਤੇ ਫਿਰ ਜਨਾਬ ਹਕੂਮਤ ਵੇਖੇ ਵੀ ਜਿਹੜੀ ਕਿਸਾਨਾਂ ਨੇ 2-2 ਕਿੱਲੇ ਲਾਈ ਹੈ, ਇਹ ਜਨਾਬ ਸਾਡੇ ਪਿੱਛੇ ਹਕੂਮਤ ਹੋਵੇ ਤੇ ਕਿਸਾਨ ਅੱਗੇ ਹੋਵਣ। ਮੇਰਾ ਖਿਆਲ ਹੈ ਫਿਰ ਕਿਸਾਨ ਜਿਹੜੇ ਨੇ ਉਹਨਾਂ ਆਦੀ ਜਿਹੜੀ ਰੋਜ਼ੀ ਹੈ ਉਹ ਇਹਨਾਂ ਨੂੰ ਕੋਈ ਨਹੀਂ ਦੇਣੀ, ਖਾ ਫਿਰ ਕਿੰਨੀ ਮਤਲਬ ਕਿਸਾਨਾਂ ਨੂੰ ਕੀਮਤ ਚੁਕਾਉਣੀ ਪਈ। ਤੇ ਜਿੰਨੇ ਵੀ ਮੇਰੇ ਵੀਰ ਭਰਾ ਹੈਗੇ ਨੇ ਜ਼ਮੀਂਦਾਰ, ਉਹ ਆਪਣੀ ਆਪਣੀ ਰਾਏ ਜਨਾਬ ਲਾਜ਼ਮੀ ਦੇਵਣ ਵੀ ਆਇਆ ਕਣਕ ਦਾ ਰੇਟ 5000 ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਬਾਕੀ ਹਕੂਮਤ ਕਹਿੰਦੀ ਹੈ ਵੀ ਅਸੀਂ ਰੋਟੀ ਦੇਣੀ ਹੈ 12 ਰੁਪਈਏ ਦੀ, ਤੇ ਸਾਨੂੰ ਬਈ ਕੋਈ ਇਤਰਾਜ਼ ਨਹੀਂ, ਰੋਟੀ ਕਰ ਦੇਵਣ 5 ਰੁਪਏ ਦੀ, ਉਹਨਾਂ ਨੂੰ ਦੇਵਣ ਜਨਾਬ ਸਬਸਿਡੀਆਂ, ਤਾਂ ਕਿ ਆਵਾਮ ਨੂੰ ਰੋਟੀ ਘੱਟ ਰੇਟ 'ਤੇ ਲੱਭੇ। ਲੇਕਿਨ ਜ਼ਮੀਂਦਾਰਾਂ ਨੂੰ ਕੁਰਬਾਨੀ ਦਾ ਬੱਕਰਾ ਨਾ ਬਣਾਉਣ, ਮਿਹਰਬਾਨੀ ਉਹਨਾਂ ਦੀ। ਜਦੋਂ ਜ਼ਮੀਂਦਾਰ ਕੁਰਬਾਨੀ ਦਾ ਬੱਕਰਾ ਬਣਦੇ ਨੇ ਤੇ ਉਦੋਂ ਜਨਾਬ ਬਾਜ਼ਾਰਾਂ ਦੀਆਂ ਜਿਹੜੀਆਂ ਰੌਣਕਾਂ ਨੂੰ ਮੱਧਮ ਹੋ ਜਾਂਦੀਆਂ ਨੇ। ਹੁਣ ਜਿਹੜੇ ਬਾਜ਼ਾਰ ਨੇ ਉਹ ਜਨਾਬ ਉਜੜੇ ਪਏ ਨੇ, ਤੇ ਦੁਕਾਨਦਾਰ ਜਿਹੜੇ ਨੇ ਬਿਜਲੀ ਦੇ ਬਿੱਲ ਉਹ ਭਰਨ ਵਾਸਤੇ ਆਦਾ ਸਮਾਨ ਹੀ ਵੇਚੀ ਆਉਂਦੇ ਨੇ। ਤੇ ਵੇਖਦੇ ਨੇ ਵਿਚਾਰੇ ਭਾਉਂ ਤੇ ਗਲੀਆਂ ਵਾਲੇ ਤੇ ਬਾਜ਼ਾਰਾਂ ਵਾਲੇ ਵੀ ਕੋਈ ਗਾਹਕ ਆਉਂਦਾ ਵੀ ਹੈ ਕਿ ਨਹੀਂ, ਗਾਹਕ ਕਿੱਥੋਂ ਆਉਣਾ ਹੈ? ਕਿਸਾਨਾਂ ਕੋਲ ਤਾਂ ਰੁਪਈਆ ਕੋਈ ਨਹੀਂ। ਕਿਸਾਨ ਦਾ ਜਨਾਬ ਚੁੱਪ ਕਰਕੇ ਆਦਾ ਗੁਜ਼ਾਰਾ ਹੀ ਕਰਦਾ ਪਿਆ। ਹੁਣ ਮੈਨੂੰ ਕੋਈ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਚੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।